ਅੰਮ੍ਰਿਤ ਵੇਲੇ ਗਰੀਬ ਨਵਾਜ ਦਇਆਨਿਧ ਸੁਆਮੀ ਜੀ ਨੇ ਪਵਿੱਤਰ ਪਾਵਨ ਸ੍ਰੀ ਮੁਖਵਾਕ ਜੀ ਦਾਤ ਬਖਸ਼ਿਸ਼ ਕੀਤੀ ਹੈ। ਆਓ ਕੁਝ ਸਮੇਂ ਲਈ ਆਪਣੀਆਂ ਸੁਰਤੀਆਂ ਬਿਰਤੀਆਂ ਗੁਰਦੇਵ ਜੀ ਦੇ ਚਰਨਾਂ ਨਾਲ ਜੋੜੀਏ। ਹਾਜ਼ਰੀ ਲਵਾਉਂਦਿਆਂ ਸਮੂਹ ਮਾਈ ਭਾਈ ਆਪਣੀ ਰਸਨਾ ਨੂੰ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਪੰਜਵਾ। ਤੂੰ ਜਾਣਾ ਇਹ ਤਾਂ ਕੋਈ ਜਾਣਾ। ਰਾਗ ਵਡਹੰਸ ਹੈ ਔਰ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਅੰਮ੍ਰਿਤ ਬੋਲ ਹਨ। ਤੂੰ ਜਾਣਾ ਹੈ ਤਾਂ ਕੋਈ ਜਾਣੈ। ਮਹਾਰਾਜ ਜੀ ਤੁਸੀਂ ਜਣਾਉਂਦੇ ਹੋ ਤਾਂ ਹੀ ਕੋਈ ਜਾਣ ਸਕਦਾ, ਆਪਣੀ ਤਾਕਤ ਨਾਲ ਨਹੀਂ ਕੋਈ ਜਾਣ ਸਕਦਾ, ਆਪਣੀ ਬੁੱਧੀ ਦੇ ਬਲ ਨਾਲ ਨਹੀਂ ਕੋਈ ਜਾਣ ਸਕਦਾ। ਜਿਨ੍ਹਾਂ ਨੂੰ ਤੁਸੀਂ ਕਿਰਪਾ ਕਰਕੇ ਜਣਾਉਂਦੇ ਹੋ ਉਹੀ ਜਾਣਦੇ ਨੇ ਆਪਣੇ ਨਿਜ ਰੂਪ ਨੂੰ। ਸਾਡਾ ਰੂਪ ਕੀ ਹੈ ਜੋ ਅਸੀਂ ਮੰਨੀ ਬੈਠੇ ਹਾਂ, ਜਾਣੀ ਬੈਠੇ ਹਾਂ, ਇਹ ਹੈ ਜਾਂ ਇਹਦੇ ਅੰਦਰ ਰਹਿਣ ਵਾਲੀ ਜੋਤ ਹੈ? ਜੋ ਅਸੀਂ ਮੰਨੀ ਬੈਠੇ ਹਾਂ, ਜੇ ਇਹੀ ਸਾਡਾ ਰੂਪ ਹੈ ਤੇ ਫਿਰ ਇਹ ਬਿਨਸਦਾ ਕਿਉਂ ਹੈ? ਤੇ ਜਿਹੜਾ ਬਿਨਸ ਜਾਏ ਜਾਂ ਬਿਨਸਣ ਤੋਂ ਬਾਅਦ ਫਿਰ ਜੰਮੇ ਤੇ ਫਿਰ ਮਰੇ, ਉਹ ਸਾਡਾ ਰੂਪ ਕਿਵੇਂ ਹੋ ਸਕਦਾ? ਕਿਉਂਕਿ ਸਾਡਾ ਰੂਪ ਤਾਂ ਉਹ ਹੈ ਜੋ ਨਾ ਬਿਨਸਦਾ ਤੇ ਨਾ ਜੰਮਦਾ ਹੈ, ਜੋ ਨਾ ਜਨਮਦਾ ਹੈ ਨਾ ਮਰਦਾ ਹੈ। ਪਰ ਉਹ ਰੂਪ ਵੀ ਕੌਣ ਜਾਣੇ? ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ, ਹੇ ਸਾਹਿਬ ਜਿਨ੍ਹਾਂ ਨੂੰ ਤੁਸੀਂ ਜਣਾਓ, ਜਿਨ੍ਹਾਂ ਨੂੰ ਤੁਸੀਂ ਜਣਾਉਂਦੇ ਉਹੀ ਜਾਣਦੇ ਨੇ। ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ, ਹਰ ਗੁਣ ਸਾਧੀ ਆਖ ਵਖਾਣ। ਜਿਨ੍ਹਾਂ ਨੂੰ ਤੁਸੀਂ ਜਣਾਉਂਦੇ ਹੋ ਮਹਾਰਾਜ ਉਹੀ ਜਾਣਦੇ ਨੇ। ਆਪਣੀ ਤਾਕਤ ਨਾਲ ਜਾਣਨ ਦਾ ਜਿਨ੍ਹਾਂ ਜਿਨ੍ਹਾਂ ਯਤਨ ਕੀਤਾ, ਬੌਰੇ ਹੋ ਗਏ, ਫਾਵੇ ਹੋ ਗਏ, ਨਹੀਂ ਜਾਣ ਸਕੇ। ਤੇ ਜਦੋਂ ਤਰਸ ਦੇ ਘਰ ਵਿੱਚ ਆਏ ਤੇ ਜੁਗਾਂ ਤੋਂ ਨਹੀਂ ਜਾਣ ਸਕੇ ਸੰਤੋਖਾ ਰਿਸ਼ੀ ਜੀ। ਗੁਰਦੁਆਰਾ ਸੰਤੋਖ ਸਰ ਸਰੋਵਰ ਦੀ ਸੇਵਾ ਹੋ ਰਹੀ, ਗੁਰੂ ਅਰਜਨ ਸਾਹਿਬ ਕਰਾ ਰਹੇ ਨੇ, ਪੰਜਵੇਂ ਪਾਤਸ਼ਾਹ। ਖੁਦਾਈ ਹੋ ਰਹੀ ਹੈ, ਸੰਗਤ ਲੱਗੀ ਹੋਈ, ਟੋਕਰੀ ਢੋ ਰਹੇ ਨੇ। ਇੱਕ ਮੱਠ ਨਿਕਲਿਆ ਵਿੱਚੋਂ। ਜਦੋਂ ਮੱਠ ਖੋਲਿਆ ਤੇ ਉਹਦੇ ਵਿੱਚ ਇੱਕ ਪੁਰਸ਼ ਬੈਠਾ ਹੋਇਆ ਸਮਾਧੀ 'ਚ। ਧੰਨ ਗੁਰੂ ਅਰਜਨ ਦੇਵ ਸਾਹਿਬ ਨੂੰ ਸਿੱਖਾਂ ਦੱਸਿਆ, ਮਹਾਰਾਜ ਮੱਠ ਦੇ ਵਿੱਚੋਂ ਇੱਕ ਸਰੀਰ ਨਿਕਲਿਆ, ਜਿਉਂਦਾ ਹੈ ਕਿ ਮਰਿਆ ਨਹੀਂ ਪਤਾ, ਮੱਠ ਦੇ ਵਿੱਚ ਹੈ ਪਰ ਸਰੀਰ ਸਾਬਤ ਆ ਉਹਦਾ ਸਾਰਾ, ਨਹੀਂ ਤਾਂ ਕੰਕਾਲ ਬਣਿਆ ਹੁੰਦਾ, ਮਾਸ ਹੈ ਸਰੀਰ ਤੇ। ਪਾਤਸ਼ਾਹ ਕਹਿੰਦੇ, ਭਾਈ ਉਹ ਮਰਿਆ ਨਹੀਂ, ਯੋਗੀ ਹੈ, ਯੋਗ ਸਾਧਨਾ ਨਾਲ ਸਮਾਧੀ ਸਥਿਤ ਹੋਇਆ ਬੈਠਾ। ਇਹਦੇ ਹੱਥਾਂ ਪੈਰਾਂ ਦੀਆਂ ਤਲੀਆਂ ਚਸੋ, ਕੇਸਰ ਲਿਆ ਕੇ ਉਹ ਘਿਓ ਵਿੱਚ ਕਾੜ ਕੇ ਗਰਮੀ ਦੇ ਨਾਲ ਉਹਦੇ ਸਰੀਰ ਦੀ ਹੋਸ਼ ਸੋਝੀ ਲਿਆਂਦੀ। ਸਵਾਸ ਆਏ, ਨੇਤਰ ਖੋਲੇ। ਪੁੱਛਦਾ ਕਿਹੜਾ ਸਮਾਂ ਹੈ? ਕਹਿੰਦੇ ਕਲੀ ਕਾਲ ਦਾ ਸਮਾਂ। ਕਹਿਣ ਲੱਗਾ, ਕੌਣ ਨੇ ਇਸ ਵੇਲੇ ਇਸ ਯੁੱਗ ਦੇ? ਆਖਿਆ ਗੁਰੂ ਅਰਜਨ ਦੇਵ ਸਾਹਿਬ। ਕਹਿੰਦੇ ਫਿਰ ਉਹ ਸਮਾਂ ਆ ਗਿਆ ਹੈ, ਜੁਗਾਂ ਤੋਂ ਬੈਠਾ ਹਾਂ, ਮੇਰਾ ਨਾਮ ਸੰਤੋਖ ਰਿਸ਼ੀ ਹੈ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦਇਆਨਿਧ ਸੁਆਮੀ ਜੀ ਦੇ ਦਰਸ਼ਨ ਕੀਤੇ, ਸਾਰੀ ਵਿਥਿਆ ਦੱਸੀ। ਮਹਾਰਾਜ ਜੁਗਾਂ ਤੋਂ ਬੈਠਾ ਹਾਂ, ਸਮਾਧੀ ਸਥਿਤ ਹੋਇਆ,
ਪਰ ਜੋ ਜਾਣਦਾ ਹਾਂ, ਜੋ ਜਾਣਨਾ ਚਾਹੁੰਦਾ ਹਾਂ, ਉਹ ਅੱਜ ਤੁਹਾਡੀ ਕਿਰਪਾ ਨਾਲ ਜਾਣਾਂਗਾ, ਜਣਾ ਦਿਓ। ਜੁਗਾਂ ਵਿੱਚ ਬੈਠਾ ਸਮਾਧੀ ਵਿੱਚ ਜੋ ਨਹੀਂ ਜਾਣ ਸਕਿਆ, ਇੱਕ ਪਲ ਵਿੱਚ ਗੁਰੂ ਅਰਜਨ ਸਾਹਿਬ ਦੀ ਕਿਰਪਾ ਨਾਲ ਜਾਣ ਗਿਆ। ਇੱਕ ਪਲ ਵਿੱਚ, ਔਰ ਸਰੀਰ ਤਿਆਗ ਕੇ ਮੁਕਤ ਹੋ ਗਿਆ। ਦਇਆਨੰਦ ਸੁਆਮੀ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਇੱਥੇ ਦੱਸਦੇ ਨੇ, ਜਿਨ੍ਹਾਂ ਨੂੰ ਤੁਸੀਂ ਜਣਾਉਂਦੇ ਹੋ ਮਹਾਰਾਜ, ਉਹੀ ਜਾਣਦੇ ਹਨ। ਤੇਰਾ ਦੀਆ ਨਾਮ ਵਖਾਣੈ, ਤੇ ਜਿਨ੍ਹਾਂ ਨੂੰ ਜਣਾ ਦਿੰਦੇ ਹੋ ਤੁਹਾਡੇ ਨਾਮ ਦੀ ਮਹਿਮਾ ਕੀ ਹੈ, ਨਾਮ ਦਾ ਪ੍ਰਤਾਪ ਕੀ ਹੈ, ਨਾਮ ਦੀ ਵਡਿਆਈ ਕੀ ਹੈ, ਤਾਂ ਸਤਿਗੁਰੂ ਜੀ ਉਹੀ ਤੁਹਾਡੇ ਦਿੱਤੇ ਹੋਏ ਅੰਮ੍ਰਿਤ ਨਾਮ ਨੂੰ ਆਪਣੀ ਰਸਨਾ ਤੋਂ ਵਖਾਣਦੇ ਹਨ, ਉਚਾਰਦੇ ਨੇ। ਜਿਨ੍ਹਾਂ ਨੂੰ, ਕਿਉਂਕਿ ਨਾਮ ਦੀ ਮਹਿਮਾ ਵੀ ਤਾਂ ਜਿਨ੍ਹਾਂ ਨੂੰ ਜਣਾਉਣੀ ਹੈ ਸਤਿਗੁਰਾਂ, ਉਹੀ ਜਾਣਨਗੇ ਨਾ। ਨਹੀਂ ਤਾਂ ਬਾਂਦਰ ਦੇ ਗਲ ਦੇ ਵਿੱਚ ਮਣੀ ਪਾ ਦਿਓ, ਉਹਨੂੰ ਕਿਹੜਾ ਪਤਾ ਵੀ ਇਹ ਮਣੀ ਹੈ, ਜਿਹਨੂੰ ਪਤਾ ਹੀ ਨਹੀਂ ਹੈ। ਗਧੇ ਦੇ ਗਲ 'ਚ ਹੀਰਾ ਬੰਨ੍ਹ ਦਿਓ, ਕਿਆ ਪਤਾ ਉਹਨੂੰ ਹੀਰੇ ਦਾ ਕੀ ਮੁੱਲ ਹੈ। ਨਾਮ ਦੀ ਮਹਿਮਾ ਵੀ ਜਿਨ੍ਹਾਂ ਨੂੰ ਤੁਸੀਂ ਜਣਾਉਂਦੇ ਹੋ ਜਾਣਦੇ ਨੇ। ਜਿਹੜੇ ਨਹੀਂ ਜਾਣਦੇ ਨਾਮ ਦੀ ਮਹਿਮਾ, ਨਾਮ ਤਾਂ ਹੈ, ਉਹਨਾਂ ਨੂੰ ਪਤਾ ਵੀ ਇਹ ਨਾਮ ਹੈ, ਪਰ ਨਹੀਂ ਜਾਣਦੇ ਨਾਮ ਦੀ ਮਹਿਮਾ, ਉਹਨਾਂ ਦੀ ਦਸ਼ਾ ਬਿਲਕੁਲ ਉਸ ਬਾਂਦਰ ਦੇ ਸਮਾਨ ਹੈ, ਗਧੇ ਦੇ ਸਮਾਨ ਹੈ, ਜਿਨ੍ਹਾਂ ਦੇ ਗਲ ਵਿੱਚ ਹੀਰਾ ਪਾਇਆ ਹੋਇਆ ਪਰ ਉਹਦੀ ਸਾਰ ਦਾ ਨਹੀਂ ਪਤਾ। ਔਰ ਉਹ ਕਹਿੰਦੇ ਨੇ ਨਾਮ ਜਪਣਾ ਤੋਤਾ ਰਟਨ ਹੈ ਜੀ, ਇਹਦਾ ਕੋਈ ਫਾਇਦਾ ਨਹੀਂ। ਇਹ ਵਾਕਈ ਉਹ ਬੰਦੇ ਨੇ, ਉਹ ਜੀਵ ਨੇ, ਗਧੇ ਦੇ ਗਲ ਵਿੱਚ ਪਾਇਆ ਹੋਇਆ ਹੀਰਾ, ਉਹਦੀ ਸਾਰ ਦਾ ਨਹੀਂ ਪਤਾ। ਜਿਨ੍ਹਾਂ ਨੂੰ ਜਣਾਉਂਦੇ ਨੇ ਕਿ ਇਸ ਨਾਮ ਦੀ ਬਰਕਤ ਕੀ ਹੈ, ਨਾਮ ਦੀ ਮਹਿਮਾ ਕੀ ਹੈ, ਉਹ ਕਹਿੰਦੇ ਸਭ ਕੁਝ ਨਾਮ ਹੀ ਹੈ, ਇਸ ਨਾਮ ਤੋਂ ਬਿਨਾਂ ਤਾਂ ਜੀਵਨ ਹੀ ਵਿਅਰਥ ਹੈ। ਉਹ ਕਹਿੰਦੇ ਸੜ ਜਾਏ ਇਹੋ ਜਿਹਾ ਜੀਵਨ ਜਿਹੜਾ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਬੀਤਦਾ ਹੈ, ਕਿਸੇ ਕੰਮ ਦਾ ਨਹੀਂ। ਜਲ ਜਾਵੋ ਜੀਵਨ ਨਾਮ ਬਿਨਾਂ, ਨਾਮ ਤੋਂ ਬਿਨਾਂ ਇਹ ਜੀਵਨ ਸੜ ਜਾਏ, ਜਲ ਜਾਏ, ਕਿਸੇ ਕੰਮ ਦਾ ਨਹੀਂ। ਤੇ ਸੜ ਕੇ ਹੀ ਬੀਤਦਾ, ਕ੍ਰਿਜ ਕੇ ਹੀ ਬੀਤਦਾ ਨਾਮ ਤੋਂ ਬਿਨਾਂ। ਤੋ ਸਾਹਿਬ ਜੀ, ਜਿਨ੍ਹਾਂ ਨੂੰ ਤੁਸੀਂ ਆਪਣੇ ਨਾਮ ਦੀ ਮਹਿਮਾ ਜਣਾਉਂਦੇ ਉਹੀ ਜਾਣਦੇ ਹਨ। ਔਰ ਉਹ ਤੁਹਾਡੇ ਦਿੱਤੇ ਹੋਏ ਅੰਮ੍ਰਿਤ ਨਾਮ ਨੂੰ, ਜਿਹੜਾ ਨਾਮ ਤੁਸੀਂ ਆਪਣੇ ਸੇਵਕਾਂ ਨੂੰ ਬਖਸ਼ ਦਿਓ ਮਹਾਰਾਜ, ਉਹ ਨਾਮ ਆਪ ਜੀ ਦਾ ਦਿੱਤਾ ਹੋਇਆ ਅੰਮ੍ਰਿਤ ਨਾਮ ਗੁਰਮੁਖ ਆਪਣੀ ਰਸਨਾ ਤੋਂ ਵਖਾਣਦੇ ਹਨ। ਤੂੰ ਅਚਰਜ ਕੁਦਰਤ ਤੇਰੀ ਬਿਸਮਾ, ਇਹ ਮੇਰੇ ਰੱਬ ਜੀ ਤੁਸੀਂ ਅਚਰਜ ਹੋ। ਅਚਰਜ, ਕੱਲ ਵੀ ਬਚਨ ਆਇਆ ਸੀ, ਵਿਸਮਾਦ ਹੋ। ਮਹਾਰਾਜ ਜੀ ਤੁਸੀਂ ਵਿਸਮਾਦ ਹੋ, ਅਚਰਜ ਹੋ। ਜਿੱਥੇ ਤੁਸੀਂ ਵਿਸਮਾਦ ਤੇ ਅਚਰਜ ਹੋ ਮਹਾਰਾਜ, ਉੱਥੇ ਤੁਹਾਡੀ ਇਹ ਕੁਦਰਤ ਵੀ ਬਿਸਮਾ, ਅਚਰਜ ਤੇ ਵਿਸਮਾਦ ਹੈ। ਤੁਸੀਂ ਵੀ ਅਚਰਜ ਤੇ ਵਿਸਮਾਦ ਹੋ, ਔਰ ਤੁਹਾਡੀ ਇਹ ਕੁਦਰਤ ਵੀ ਬਿਸਮਾਦ ਹੈ। ਇੱਕ ਮੁਨਾਫਿਕ ਦੇਸ਼ ਵਿੱਚ ਗੁਰੂ ਨਾਨਕ ਸਾਹਿਬ ਬੈਠੇ, ਜਨਮ ਸਾਖੀ 'ਚ ਜ਼ਿਕਰ ਆਉਂਦਾ। ਉੱਥੇ ਕੁਝ ਸ਼ਰਧਾਲੂ ਸੇਵਕ ਬੈਠੇ, ਮਹਾਰਾਜ ਜੀ ਨੂੰ ਕਹਿੰਦੇ ਜੀ ਕੁਦਰਤ ਵਿਖਾਓ ਸਾਨੂੰ, ਕਾਦਰ ਦੀ ਕੁਦਰਤ। ਮਹਾਰਾਜ ਜੀ ਕਹਿੰਦੇ ਕੁਦਰਤ ਬੜੀ ਵਿਸਮਾਦ ਹੈ ਵੀ ਸਿੱਖੋ। ਕਹਿੰਦੇ ਜੀ ਸਾਨੂੰ ਕੁਝ ਦਰਸ਼ਨ ਕਰਾਓ। ਲਾਗੇ ਕਣਕ ਦੀ ਫਸਲ ਲੱਗੀ ਹੋਈ ਸੀ। ਮਹਾਰਾਜ ਜੀ ਕਹਿੰਦੇ ਕਣਕ ਦੇ ਬੂਟੇ ਪੁੱਟ ਕੇ ਲਿਆਓ, ਜੜੋਂ ਪੁੱਟਣੇ ਆ। ਜਾ ਕੇ ਕਣਕ ਦੇ ਉਹ ਬੂਟੇ ਉਹਨਾਂ ਨੇ 5-4 ਪੁੱਟੇ। ਕੀ ਵੇਖਦੇ ਨੇ? ਥੱਲੇ ਅੱਗ ਦੇ ਅੰਗਾਰ ਨੇ। ਮਹਾਰਾਜ ਕਹਿੰਦੇ ਕੁਦਰਤ ਹੈ। ਕਹਿੰਦੇ ਜੀ ਸਮਝ ਨਹੀਂ ਆਈ, ਥੱਲੇ ਅੱਗ ਦੇ ਅੰਗਾਰ, ਉੱਤੇ ਹਰੀ ਭਰੀ ਫਸਲ ਕਣਕ ਦੀ। ਮਹਾਰਾਜ ਜੀ ਕਹਿੰਦੇ ਤੁਹਾਨੂੰ ਪ੍ਰਗਟ ਕਰਕੇ ਵਿਖਾਈ ਹੈ, ਪਰ ਅਸਲੀਅਤ ਇਹ ਹੈ ਕਿ ਜੇ ਅਗਨੀ ਤਤ ਨਾ ਹੋਵੇ, ਬੈਸੰਤਰ ਨਾ ਹੋਵੇ ਇਸ ਬਨਸਪਤੀ ਵਿੱਚ, ਇਹ ਹਰੀ ਭਰੀ ਹੋ ਹੀ ਨਹੀਂ ਸਕਦੀ। ਅੱਗ ਕਰਕੇ ਇਹ ਸਾਰੀ ਬਨਸਪਤੀ ਹਰੀ ਭਰੀ ਹੈ। ਸਗਲ ਬਨਸਪਤ ਮਹਿ ਬੈਸੰਤਰ, ਜਿੰਨੀ ਵੀ ਇਹ ਲੱਕੜੀ ਹੈ, ਜਿੰਨੇ ਵੀ ਇਹ ਦਰਖਤ ਨੇ, ਹਰੇ ਭਰੇ ਦਿਸਦੇ ਨੇ, ਪਰ ਅੱਗ ਇਹਨਾਂ ਸਾਰਿਆਂ ਵਿੱਚ ਹੈ। ਸੂਰਜ ਤੋਂ ਜਿਹੜੀ ਉਹ ਸ਼ਕਤੀ ਲੈ ਕੇ ਆਪਣੇ ਅੰਦਰੋਂ ਆਪਣਾ ਭੋਜਨ ਤਿਆਰ ਕਰਦੇ ਨੇ, ਉਹ ਅਗਨੀ ਤੱਤ ਹੀ ਹੈ ਨਾ। ਉਹਨੂੰ ਭਾਵੇਂ ਸਾਇੰਸ ਵਾਲੇ ਕੁਝ ਕਹਿਣ ਕਿ ਸੂਰਜ ਦੀਆਂ ਕਿਰਨਾਂ ਤੋਂ, ਮਨੁੱਖ ਦੁਆਰਾ ਛੱਡੀ ਹੋਈ ਕਾਰਬਨ ਡਾਈਆਕਸਾਈਡ ਤੋਂ,
ਇਹ ਆਪਣਾ ਭੋਜਨ ਬਣਾਉਂਦੇ ਆ, ਪਰ ਹੈ ਇਹ ਕੁਦਰਤ ਕਿ ਇਸ ਬਨਸਪਤੀ ਦੇ ਵਿੱਚ ਅੱਗ ਹੈ। ਕਿੱਡਾ ਵੱਡਾ ਅਚਰਜ ਹੈ ਪਰਮੇਸ਼ਰ ਦਾ। ਲੱਕੜ ਦੇ ਵਿੱਚ ਅੱਗ ਰੱਖੀ ਹੈ, ਕੀ ਮਜਾਲ ਹੈ ਕਿ ਉਹ ਅੱਗ ਲੱਕੜੀ ਨੂੰ ਸਾੜ ਕੇ ਸਵਾਹ ਕਰ ਸਕੇ। ਰੱਬ ਦੇ ਭੈ ਵਿੱਚ ਭੈ ਅਗਨ ਨਾ ਸਕੈ ਜਲਾਇਆ। ਵਾਹਿਗੁਰੂ ਪਰਮੇਸ਼ਰ ਦੀ ਜਿਹੜੀ ਕੁਦਰਤ ਹੈ ਉਹ ਵੀ ਵਿਸਮਾਦ ਹੈ। ਹੇ ਵਾਹਿਗੁਰੂ ਤੂੰ ਵੀ ਅਚਰਜ ਹੈ, ਔਰ ਹੇ ਸਾਹਿਬ ਜੀ ਤੁਹਾਡੀ ਜਿਹੜੀ ਇਹ ਕੁਦਰਤ ਹੈ ਇਹ ਵੀ ਵਿਸਮਾਦ ਹੈ। ਤੁਧ ਆਪੇ ਕਾਰਣ ਆਪੇ ਕਰਨਾ। ਮਹਾਰਾਜ ਜੀ ਤੁਸੀਂ ਆਪ ਹੀ ਕਾਰਨ ਰੂਪ ਹੋ, ਸਾਰੇ ਜਗਤ ਦੇ ਕਾਰਨ ਵੀ ਆਪ ਹੋ ਤੇ ਸਾਰੇ ਜਗਤ ਨੂੰ ਕਰਨ ਵਾਲੇ ਕਰਤੇ ਵੀ ਤੁਸੀਂ ਖੁਦ ਹੋ। ਕਾਰਨ ਔਰ ਕਾਰਜ ਦੋ ਰੂਪ ਹੁੰਦੇ ਨੇ, ਤੀਜਾ ਕਰਤਾ ਹੈ। ਕਾਰਨ ਵੀ ਤੁਸੀਂ ਹੋ, ਕਾਰਜ ਵੀ ਤੁਸੀਂ, ਕਰਨ ਵਾਲੇ ਕਰਤੇ ਵੀ ਤੁਸੀਂ ਹੋ। ਤੁਹਾਡੇ ਬਿਨਾਂ ਕੋਈ ਦੂਜਾ ਨਹੀਂ। ਹੁਕਮੇ ਜੰਮਣ ਹੁਕਮੇ ਮਰਣਾ। ਤੁਹਾਡੇ ਹੁਕਮ ਦੇ ਵਿੱਚ ਜੀਵ ਜੰਮਦੇ ਹਨ ਔਰ ਤੁਹਾਡੇ ਹੁਕਮ ਦੇ ਵਿੱਚ ਜੀਵ ਮਰਦੇ ਹਨ। ਹੁਕਮੇ ਜੰਮਣ ਹੁਕਮੇ ਮਰਣਾ। ਹੁਕਮ 'ਚ ਹੀ ਜੰਮਦੇ ਨੇ ਸਭ, ਤੁਹਾਡੇ ਹੁਕਮ 'ਚ ਹੀ ਮਰਦੇ ਹਨ। ਹੁਕਮ ਤੋਂ ਬਾਹਰ ਨਾ ਕੋਈ ਆ ਸਕਦਾ ਨਾ ਜਾ ਸਕਦਾ। ਹੁਕਮ ਹੋਇਆ ਤੇ ਜਾਣਾ ਪਵੇਗਾ, ਹੁਕਮ ਹੋਇਆ ਤੇ ਆਉਣਾ ਵੀ ਪਵੇਗਾ। ਸਭ ਕੁਝ ਤੁਹਾਡੇ ਹੁਕਮ 'ਚ ਹੀ ਵਰਤ ਰਿਹਾ। ਤੁਹਾਡੇ ਹੁਕਮ ਦੇ ਵਿੱਚ ਹੀ ਜੀਵਾਂ ਦਾ ਜੰਮਣਾ ਹੈ ਔਰ ਤੁਹਾਡੇ ਹੁਕਮ ਦੇ ਵਿੱਚ ਹੀ ਜੀਵਾਂ ਦਾ ਮਰਨਾ ਹੈ। ਬਸ ਇਸ ਹੁਕਮ ਦੀ ਕਮਾਈ ਬੁੱਝ ਸਮਝ ਲਈਏ। ਜਿਨ੍ਹਾਂ ਨੂੰ ਇਹ ਆ ਗਈ ਸੋਝੀ, ਬੁੱਝ ਗਏ ਸਾਹਿਬ ਦੇ ਹੁਕਮ ਦੀ ਖੇਡ ਨੂੰ, ਉਹ ਸਚਿਆਰ ਹੋ ਜਾਂਦੇ ਨੇ। ਪਰ ਹਾਂ ਜੇ ਕੋਈ ਹਉਮੈ 'ਚ ਕਹਿਣਾ ਚਾਹੇ ਮੈਂ ਜਾਣਦਾ ਰੱਬ ਦੇ ਹੁਕਮ ਨੂੰ, ਤਾਂ ਪਾਤਸ਼ਾਹ ਕਹਿੰਦੇ ਉਹ ਨਹੀਂ ਕਿਹਾ ਜਾ ਸਕਦਾ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁੱਝੈ। ਜੇ ਕੋਈ ਬੁੱਝ ਲਵੇ, ਐਸਾ ਨਹੀਂ ਵੀ ਕੋਈ ਬੁੱਝ ਨਹੀਂ ਸਕਦਾ, ਬੁੱਝ ਲਵੇ ਤਾਂ ਹਉਮੈ ਕਹੈ ਨਾ ਕੋਏ। ਹੈਂਕੜ ਵਿੱਚ ਦੱਸ ਨਹੀਂ ਸਕਦਾ ਵੀ ਮੈਂ ਬੁੱਝ ਲਿਆ, ਕਿਉਂਕਿ ਫਿਰ ਉਹ ਹਉਮੈ ਵਿੱਚ ਰਹਿੰਦਾ ਹੀ ਨਹੀਂ ਕਿ ਕਹਿਣ ਜੋਗਾ ਰਹਿੰਦਾ ਹੀ ਨਹੀਂ ਵੀ ਮੈਂ ਬੁੱਝ ਲਿਆ। ਜਿਹੜਾ ਹੁਕਮ ਨੂੰ ਬੁੱਝ ਲੇ, ਹੁਕਮੀ ਵਿੱਚ ਹੀ ਇੱਕ ਮਿਕ ਹੋ ਜਾਂਦਾ, ਉਹਦਾ ਹੀ ਰੂਪ ਹੋ ਜਾਂਦਾ। ਤੇ ਫਿਰ ਕਹਿਣਾ ਕਿਸ ਨੇ, ਆਖਣਾ ਕਿਸ ਨੇ। ਤੋ ਨਿਰੰਕਾਰ ਦੇ ਹੁਕਮ 'ਚ ਹੀ ਸਭ ਕੁਝ ਹੋ ਰਿਹਾ ਹੈ। ਜੰਮਣਾ ਵੀ ਉਹਦੇ ਹੁਕਮ ਵਿੱਚ ਹੈ ਔਰ ਮਰਨਾ ਵੀ ਉਹਦੇ ਹੁਕਮ ਵਿੱਚ ਹੈ। ਨਾਮ ਤੇਰਾ ਮਨ ਤਨ ਆਧਾਰੇ। ਇਹ ਵਾਹਿਗੁਰੂ ਜੀ ਆਪ ਜੀ ਦਾ ਅੰਮ੍ਰਿਤ ਨਾਮ ਮੇਰੇ ਮਨ ਔਰ ਮੇਰੇ ਤਨ ਦਾ ਆਧਾਰ ਕਹੀਏ, ਆਸਰਾ ਹੈ। ਆਧਾਰੀ ਆਸਰਾ ਹੈ। ਤੁਹਾਡਾ ਨਾਮ ਮੇਰੇ ਮਨ ਦਾ ਵੀ ਆਸਰਾ ਹੈ, ਆਪ ਜੀ ਦਾ ਅੰਮ੍ਰਿਤ ਨਾਮ ਮੇਰੇ ਤਨ ਦਾ ਵੀ ਆਸਰਾ ਹੈ, ਕਿਉਂਕਿ ਸਭ ਕੁਝ ਤੁਹਾਡੇ ਨਾਮ ਦੇ ਹੀ ਆਸਰੇ ਹੈ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਮੰਡ, ਸਭ ਕੁਝ ਤੁਹਾਡੇ ਨਾਮ ਦੇ ਆਸਰੇ ਤੇ ਹੈ। ਆਪ ਜੀ ਦਾ ਅੰਮ੍ਰਿਤ ਨਾਮ ਮੇਰੇ ਮਨ ਔਰ ਮੇਰੇ ਤਨ ਦਾ ਆਧਾਰ ਕਹੀਏ, ਆਸਰਾ ਹੈ। ਨਾਨਕ ਦਾਸ ਬਖਸ਼ੀਸ ਤੁਮਾਰੇ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਹਨ, ਹੇ ਵਾਹਿਗੁਰੂ ਮੈਂ ਤੁਹਾਡੇ ਚਰਨ ਕਮਲਾਂ ਦਾ ਦਾਸ ਹਾਂ, ਤੁਹਾਡਾ ਸੇਵਕ ਹਾਂ ਔਰ ਦਾਸ ਬਣ ਕੇ ਮੰਗਦਾ ਹਾਂ ਮਹਾਰਾਜ ਮੇਰੇ ਤੇ ਆਪ ਜੀ ਦੀ ਬਖਸ਼ਿਸ਼ ਵਰਤੇ। ਮਹਾਰਾਜ ਤੁਹਾਡੀ ਬਖਸ਼ੀਸ਼ ਹੈ ਇਹ ਸਭ। ਨਾਮ ਉਹਨਾਂ ਨੂੰ ਮਿਲਦਾ ਜਿਨ੍ਹਾਂ ਨੂੰ ਤੁਸੀਂ ਬਖਸ਼ਦੇ ਹੋ, ਜਿਨ੍ਹਾਂ ਤੇ ਬਖਸ਼ੀਸ਼ ਕਰਦੇ ਹੋ, ਜਿਨ੍ਹਾਂ ਤੇ ਨਜ਼ਰੇ ਕਰਮ ਕਰਦੇ ਹੋ, ਉਹਨਾਂ ਨੂੰ ਆਪ ਜੀ ਦੇ ਅੰਮ੍ਰਿਤ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ। ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਦੇ ਪਾਵਨ ਅੰਮ੍ਰਿਤ ਬਚਨ ਸਾਡੇ ਹਿਰਦਿਆਂ ਵਿੱਚ ਵਸ ਜਾਣ। ਗੁਰੂ ਕੀ ਬਾਣੀ ਅਗਾਧ ਬੋਧ ਹੈ, ਵਿਚਾਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ। ਇੱਕ ਵਾਰ ਫੇਰ ਸਮੂਹ ਗੁਰੂ ਕੀਆਂ ਸਾਜੀਆਂ ਨਵਾਜੀਆਂ ਸੰਗਤਾਂ ਨੂੰ ਧੰਨ 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 ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਦਇਆਨਿਧ ਸੁਆਮੀ ਜੀ ਦੇ ਪਵਿੱਤਰ ਪਾਵਨ ਪ੍ਰਕਾਸ਼ ਪੁਰਬ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ। ਸਨਿਮਰ ਬੇਨਤੀ ਹੈ, ਜਗਤ ਗੁਰੂ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਪ੍ਰਕਾਸ਼ ਪੁਰਬ ਦਿਹਾੜੇ ਨੂੰ ਸਮਰਪਿਤ
400 ਸਾਲਾ ਸ਼ਤਾਬਦੀ ਪੁਰਬ ਨੂੰ ਸਮਰਪਿਤ 27 ਫਰਵਰੀ ਸ਼ਾਮ ਨੂੰ ਦਿਨ ਸ਼ਨੀਵਾਰ 5 ਵਜੇ ਤੋਂ ਲੈ ਕੇ 9 ਵਜੇ ਤੱਕ ਇੱਕ ਗਤਕਾ ਪ੍ਰਦਰਸ਼ਨੀ ਹੋ ਰਹੀ ਹੈ। ਆਪ ਜੀ ਨੇ ਹਾਜ਼ਰੀਆਂ ਭਰਨੀਆਂ। 1 ਮਾਰਚ ਨੂੰ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਜੀ ਤੋਂ 9ਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਾਵਨ ਇਤਿਹਾਸਕ ਸਥਾਨ ਜੋ ਪਟਿਆਲੇ ਜ਼ਿਲ੍ਹੇ ਵਿੱਚ ਹਨ, ਉਹਨਾਂ ਦੇ ਦਰਸ਼ਨ ਦਿਦਾਰੇ ਨਗਰ ਕੀਰਤਨ ਸਵੇਰੇ 9 ਵਜੇ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਤੋਂ ਪ੍ਰਾਰੰਭ ਹੋਣੇ ਹਨ। ਸੰਗਤਾਂ ਪ੍ਰਤੀ ਬੇਨਤੀ ਹੈ ਕਿ ਇਹਨਾਂ ਨਗਰ ਕੀਰਤਨਾਂ ਵਿੱਚ 1 ਤਰੀਕ ਤੋਂ ਆਰੰਭ ਹੋਣੇ ਨੇ, 6 ਤਰੀਕ ਤੱਕ ਇਹ ਨਗਰ ਕੀਰਤਨ ਸਥਾਨਾਂ ਦੀ ਯਾਤਰਾ ਕਰਨਗੇ ਔਰ 6 ਤਰੀਕ ਨੂੰ ਗੁਰਦੁਆਰਾ ਸ੍ਰੀ ਮੋਤੀ ਬਾਗ ਸਾਹਿਬ ਵਿਖੇ ਸ਼ਾਮ ਨੂੰ ਸਮਾਪਤੀ ਹੋਵੇਗੀ। ਆਪ ਜੀ ਨੇ ਇਹਨਾਂ ਨਗਰ ਕੀਰਤਨਾਂ ਵਿੱਚ ਆਪਣੇ ਵਾਹਨਾਂ ਤੋਂ ਸਹਿਤ ਪਰਿਵਾਰਾਂ ਸਮੇਤ ਹਾਜ਼ਰੀਆਂ ਭਰ ਕੇ ਜਗਤ ਗੁਰੂ ਦੀਨ ਦਿਆਲ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਇਹ ਬੇਨਤੀ ਆਪ ਜੀ ਨੇ ਪ੍ਰਵਾਨ ਕਰਨੀ ਜੀ। ਸਿਮਰੋ ਸ਼੍ਰੀ ਹਰਿ ਰਾਏ, ਸਿਮਰੋ ਸ਼੍ਰੀ ਹਰਿ ਰਾਏ, ਸਿਮਰੋ ਸ਼੍ਰੀ ਹਰਿ ਰਾਏ, ਸਿਮਰੋ ਸ਼੍ਰੀ ਹਰਿ ਰਾਏ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।